ਜਬਰਜੰਗ ਸਿੰਘ ਮੰਗੂ ਮਾਠੋ ਇੱਥੇ ਪਹੁੰਚੇ ਸੀ। ਉਹਨਾਂ ਦੀ ਇੱਥੇ ਕਿਸੇ ਮੀਡੀਆ ਅਦਾਰੇ ਦੇ ਨਾਲ ਥੋੜਾ ਬੋਲਚਾਲ ਹੋਇਆ। ਮੀਡੀਆ ਅਦਾਰੇ ਨੇ ਉਹਨਾਂ ਨੂੰ ਨਫ਼ਰਤ ਭਰੇ ਸ਼ਬਦ ਬੋਲੇ ਨੇ। ਅਸਲ ਦੇ ਵਿੱਚ ਗੱਲ ਇਹ ਆ ਕਿ ਇੱਥੇ ਗੋਦੀ ਮੀਡੀਆ ਬਹੁਤ ਜ਼ਿਆਦਾ ਆਇਆ ਹੋਇਆ, ਜਿਹਦੇ ਵਿੱਚੋਂ ਜੀ ਨਿਊਜ਼, ਜਿਹਦੇ ਬਾਰੇ ਸਭ ਨੂੰ ਪਤਾ ਕਿ ਇਹਦੇ ਮਾਲਕ ਚੰਦਰਾ ਸਾਹਿਬ ਨੂੰ ਰਾਜ ਸਭਾ ਦੀ ਮੈਂਬਰੀ ਮਿਲੀ ਹੋਈ ਆ। ਉਹ ਹੁਣ ਵੀ ਇੱਥੇ ਪ੍ਰੋਪੋਗੰਡਾ ਨੂੰ ਅੱਗੇ ਵਧਾ ਰਹੇ ਸੀ, ਨਫ਼ਰਤ ਭਰੀਆਂ ਗੱਲਾਂ ਕਰ ਰਹੇ ਸੀ, ਖਾਸ ਕਰ ਸਿੱਖਾਂ ਬਾਰੇ। ਮੈਂ ਉਹਨਾਂ ਨੂੰ ਜਾ ਕੇ ਇਹੀ ਵਿਰੋਧ ਕੀਤਾ ਵੀ ਭਾਈ ਤੁਸੀਂ ਇਹ ਚੀਜ਼ ਸੱਚਾਈ ਦਿਖਾਓ, ਜਿਹੜੀ ਸੱਚਾਈ ਹੈ ਇਹਨੂੰ ਧਰਮ ਦਾ ਰੰਗ ਨਾ ਦਿਓ। ਕੀ ਬੋਲ ਰਹੇ ਸੀ ਜੇ ਜਿਹਨੂੰ ਵੇਖ ਕੇ ਤੁਸੀਂ ਉਹਨੂੰ ਰੋਕਣ ਦੀ ਕੋਸ਼ਿਸ਼? ਨਹੀਂ, ਵੈਸੇ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਉਹ ਤਾਂ ਮੈਂ ਕਹਿ ਨਹੀਂ ਸਕਦਾ, ਕਿਉਂਕਿ ਉਹ ਇੱਕ ਗਾਲੀ ਟਾਈਪ ਦੀਆਂ ਗੱਲਾਂ ਕਹੀਆਂ ਨੇ। ਬਾਕੀ ਜਿਹੜਾ ਉਹਨਾਂ ਨੇ ਖਾਲਿਸਤਾਨ ਦਾ ਰੰਗ ਦੇਣ ਦਾ ਨਾਂ ਕੀਤਾ ਵੀ ਖਾਲਿਸਤਾਨੀ ਨੇ ਇਹ ਆ ਉਹ ਆ, ਉਹ ਚੀਜ਼ਾਂ ਤਾਂ ਜਿਹੜੀਆਂ ਕਹੀਆਂ। ਬਾਕੀ ਉਹਨਾਂ ਨੇ ਬੜੇ ਭੱਦੀਆਂ ਗਾਲੀਆਂ ਦਿੱਤੀਆਂ ਜਿਹੜੀਆਂ ਇੱਥੋਂ ਦੇ ਕਿਸਾਨਾਂ ਬਾਰੇ। ਕੁਝ ਉਹਨਾਂ ਦੇ ਨਾਲ ਹੋਰ ਲੋਕ ਸੀਗੇ, ਉਹਨਾਂ ਦੇ ਡਰਾਈਵਰ ਵਗੈਰਾ ਹੋਰ ਸਾਰੇ ਜਿਹੜੇ ਬਦਤਮੀਜ਼ੀ ਕਰ ਰਹੇ ਸੀ, ਉਹਨਾਂ ਨੇ ਬਹੁਤ ਜ਼ਿਆਦਾ ਭੱਦੀਆਂ ਗਾਲੀਆਂ ਦਿੱਤੀਆਂ। ਲੇਕਿਨ ਖਾਸ ਜੋ ਵਰਡ ਉਹਨਾਂ ਨੇ ਖਾਲਿਸਤਾਨ ਬਾਰੇ ਬੋਲਿਆ, ਜਾਂ ਈਵਨ ਕੋਈ ਵੀ ਅੰਦੋਲਨ ਜੋ ਵੀ ਸਰਕਾਰ ਦੇ ਉੱਤੇ ਸਵਾਲ ਕਰਦਾ ਕੋਈ ਵੀ ਬੰਦਾ, ਕਿਸੇ ਵੀ ਘੱਟ ਗਿਣਤੀ ਕੌਮ ਦਾ ਹੋਵੇ, ਉਹਨੂੰ ਇਹ ਵੱਖਵਾਦੀ, ਅੱਤਵਾਦੀ, ਖਾਲਿਸਤਾਨੀ, ਪਾਕਿਸਤਾਨੀ ਪ੍ਰਸਤ, ਗੱਦਾਰ, ਇਸ ਤਰ੍ਹਾਂ ਦੇ ਨਾਮਾਂ ਨਾਲ ਇਹ ਸੰਬੋਧਨ ਕਰਦੇ ਹੀ ਰਹਿੰਦੇ ਆ। ਉਹ ਟਿੱਕਰੀ ਬਾਰਡਰ ਹੋਵੇ, ਚਾਹੇ ਸਿੰਘੂ ਬਾਰਡਰ ਹੋਵੇ, ਚਾਹੇ ਗਾਜੀਪੁਰ ਬਾਰਡਰ ਹੋਵੇ, ਜਾਂ ਹੋਰ ਜਗ੍ਹਾ ਵੀ ਜਿੱਥੇ ਵੀ ਪ੍ਰੋਟੈਸਟ ਚੱਲ ਰਿਹਾ, ਉੱਥੇ ਜਾ ਕੇ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ 60% ਹਿੰਦੂ ਕਮਿਊਨਿਟੀ ਬੈਠੀ ਆ। ਕੁਰਸੀਆਂ ਬਚਾਉਣ ਲਈ ਇਹ ਇਸ ਨੂੰ ਗਲਤ ਰੰਗਤ ਦੇ ਰਿਹਾ, ਪਰ ਇਹ ਕੋਸ਼ਿਸ਼ਾਂ ਕਰ ਰਹੇ ਨੇ ਕਿ ਇਹਨਾਂ ਨੂੰ ਧਰਮ ਦੇ ਨਾਂ 'ਤੇ ਲੜਾ ਦਿੱਤਾ ਜਾਵੇ, ਬੋਲੀ ਦੇ ਨਾਂ 'ਤੇ ਲੜਾ ਦਿੱਤਾ ਜਾਵੇ, ਜਾਂ ਕਿਸੇ ਹੋਰ ਮਸਲੇ ਦੇ ਨਾਂ 'ਤੇ ਲੜਾ ਕੇ ਇਸ ਪ੍ਰੋਟੈਸਟ ਨੂੰ ਖਤਮ ਕੀਤਾ ਜਾਵੇ। ਉਹ ਇਹਨਾਂ ਨੂੰ ਡਰਾਉਣਾ ਚਾਹੁੰਦੇ ਨੇ, ਸਿਰਫ ਹੋਰ ਕੋਈ ਨਹੀਂ ਕਿ ਇਹ ਲੋਕ ਡਰ ਜਾਣ। ਜਿਵੇਂ ਸਾਡੇ ਤੇ ਹੁਣ ਪਰਚੇ ਪਾ ਕੇ ਮੈਨੂੰ 3.5 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ, ਉੱਥੇ ਵੀ ਸਾਨੂੰ ਤਸ਼ੱਦਦ ਕਰਦੇ ਸੀ। ਅਸੀਂ ਉੱਥੇ 5 ਦਿਨ ਭੁੱਖ ਹੜਤਾਲ ਕੀਤੀ 4 ਲੜਕਿਆਂ ਨੇ, ਫਿਰ ਸਾਡਾ ਥੋੜੀ ਜਿਹੀ ਉੱਥੇ ਸੁਣਵਾਈ ਕਰਨ ਲੱਗੇ। ਪਰ ਮੇਨ ਜਿਹੜੀ ਚੀਜ਼ ਇਹ ਆ ਕਿ ਉੱਥੇ ਜਿੰਨੇ ਵੱਡੇ ਆਫੀਸਰ ਸੀ ਉਹ ਸਾਨੂੰ ਇਹੀ ਮਜਬੂਰ ਕਰਦੇ ਸੀ ਕਿ ਤੁਸੀਂ ਕਹੋ ਕਿ ਜੋ ਇਹ ਕਾਨੂੰਨ ਬਣੇ ਹੋਏ ਨੇ ਇਹ ਸਹੀ ਨੇ। ਚੀਜ਼ ਆ ਕਿ ਜਿਹੜੀ ਮੀਡੀਆ ਚੌਥਾ ਥੰਮ ਲੋਕਤੰਤਰ ਦਾ ਕਹਿੰਦੇ ਨੇ, ਉਹ ਚੌਥੇ ਥੰਮ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗਿਰਾਵਟ ਆ ਚੁੱਕੀ ਆ। ਪਾਵਰ ਦੇ ਵਿੱਚ ਜੋ ਲੋਕ ਨੇ ਉਹਨਾਂ ਤੋਂ ਸਵਾਲ ਕਰਨ ਦੀ ਬਜਾਏ ਉਹਨਾਂ ਦਾ ਸਾਥ ਦੇ ਕੇ ਜਿਹੜਾ ਸਵਾਲ ਕਰਦਾ ਉਹਨੂੰ ਗੱਦਾਰ ਗਰਦਾਨਣ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਬੁਰਾ ਕਹਿਣ ਦੀ ਕੋਸ਼ਿਸ਼ ਕਰਦੇ ਆ, ਉਹਦੇ ਤੇ ਐਲੀਗੇਸ਼ਨ ਲਾਉਂਦੇ ਆ। ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲੋਕ ਨਹੀਂ ਆ ਰਹੇਗੇ, ਇਹਦੇ 'ਚ ਬਾਈ ਜੀ ਅੱਜ ਨਹੀਂ, ਇਹ ਸਾਡੇ ਦੇਸ਼ ਦਾ ਪਹਿਲੇ ਦਿਨ ਦੁਰਭਾਗ ਰਿਹਾ। ਤੁਸੀਂ ਦੇਖੋਗੇ 47 ਤੋਂ ਪਹਿਲਾਂ ਇਸ ਦੇਸ਼ ਦੀ ਜਨਸੰਖਿਆ 33 ਕਰੋੜ ਸੀ, ਪਰ ਸਰਕਾਰ ਨਾਲ ਟਕਰਾਉਣ ਵਾਲੇ, ਸਿਸਟਮ ਨਾਲ ਟਕਰਾਉਣ ਵਾਲੇ ਕੁਝ ਕੁ ਲੋਕ ਹੀ ਸੀਗੇ, ਕੁਝ ਕੁ ਲੋਕ ਹੀ ਸੀਗੇ। ਮੀਡੀਆ ਦਾ ਫਰਜ਼ ਹੁੰਦਾ ਹੈ ਕਿ ਉਹ ਸਭ ਲੋਕਾਂ ਨੂੰ, ਹਰ ਭਾਈਚਾਰੇ ਦੇ ਲੋਕਾਂ ਨੂੰ, ਹਰ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ, ਹਰ ਇਲਾਕੇ ਦੇ ਨਾਲ ਜੁੜੇ ਲੋਕਾਂ ਨੂੰ ਜਿਹੜਾ ਕਿ ਸਿਰਫ ਇੱਕ ਇਨਸਾਨੀਅਤ ਦੇ ਤੌਰ ਦੇ ਉੱਤੇ ਉਹਦਾ ਪੱਖ ਜਿਹੜਾ ਸਾਹਮਣੇ ਰੱਖੇ, ਬਲਕਿ ਇਹ ਨਹੀਂ ਕਿ ਉਹ ਕਿਸੇ ਧਰਮ ਦੇ, ਕਿਸੇ ਖਾਸ ਵਰਗ ਦੇ, ਕਿਸੇ ਖਾਸ ਇਲਾਕੇ ਦੇ ਲੋਕਾਂ ਦੇ ਨਾਲ ਨਫ਼ਰਤ ਕਰੇ। ਪਰ ਭਾਰਤੀ ਮੀਡੀਆ ਦਾ ਇੱਕ ਸੁਭਾਅ ਬਣ ਚੁੱਕਾ ਹੈ ਕਿ ਉਹ ਖਾਸ ਕਰਕੇ ਘੱਟ ਗਿਣਤੀ ਕੌਮਾਂ ਦੇ ਨਾਲ, ਜਿਸ ਤਰ੍ਹਾਂ ਮੌਜੂਦਾ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਨਫ਼ਰਤ ਕਰਦੀਆਂ ਨੇ, ਉਹਨਾਂ ਦੇ ਮਨੁੱਖੀ ਅਧਿਕਾਰ ਕੁਚਲਣ ਦਾ ਜਿਹੜਾ ਕਿ ਹਮੇਸ਼ਾ ਉਹਨਾਂ ਨੂੰ ਚਾਅ ਰਹਿੰਦਾ, ਉਸ ਤਰ੍ਹਾਂ ਜਿਹੜਾ ਭਾਰਤੀ ਮੀਡੀਆ ਇਹ ਵੀ ਉਸੇ ਜਿਹੜਾ ਕਿ ਰਾਹ ਦੇ ਉੱਤੇ ਤੁਰ ਰਿਹਾ। ਔਰ ਇਸੇ ਕਰਕੇ ਇਹਨੂੰ ਕਈ ਨਾਵਾਂ ਦੇ ਨਾਲ ਉਹ ਕਿਸਾਨ ਜਿਹੜੇ ਹੈਗੇ ਆ ਜਾਂ ਬਹੁਤ ਸਾਰੇ ਲੋਕ ਜਿਹੜੇ ਉਹ ਬੁਲਾਉਂਦੇ ਰਹਿੰਦੇ ਆ। ਤਾਂ ਅਸੀਂ ਇਸ ਵਕਤ ਦਿੱਲੀ ਪਹੁੰਚੇ ਹੋਏ ਹਾਂ। ਦਿੱਲੀ ਨਿਹੰਗ ਸਿੰਘ ਜਿਹੜਾ ਕਿ ਜਬਰਜੰਗ ਸਿੰਘ ਮੰਗੂ ਮਾਠੋ ਇੱਥੇ ਪਹੁੰਚੇ ਸੀ। ਉਹਨਾਂ ਦੀ ਇੱਥੇ ਕਿਸੇ ਮੀਡੀਆ ਅਦਾਰੇ ਦੇ ਨਾਲ ਥੋੜਾ ਬੋਲਚਾਲ ਹੋਇਆ। ਮੀਡੀਆ ਅਦਾਰੇ ਨੇ ਉਹਨਾਂ ਨੂੰ ਨਫ਼ਰਤ ਭਰੇ ਸ਼ਬਦ ਬੋਲੇ ਨੇ, ਉਹਨਾਂ ਦੀ ਕੌਮ ਬਾਰੇ, ਉਹਨਾਂ ਦੇ ਪਹਿਰਾਵੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਅਸੀਂ ਦੂਰ ਸੀ, ਅਸੀਂ ਦੇਖਿਆ ਕਾਫੀ ਇੱਥੇ ਹਿਲਜੁਲ ਹੋ ਰਹੀ ਸੀ, ਬੋਲ ਬਲਈਆ ਹੋ ਰਿਹਾ ਸੀ ਉੱਚੀ ਉੱਚੀ। ਕਾਰਨ ਕੀ ਸੀ, ਕੀ ਹੋਇਆ, ਆਖਿਰ ਇੱਥੇ ਵਾਪਰਿਆ ਕੀ ਹੈ? ਪਹਿਲਾਂ ਤਾਂ ਮੈਂ ਧੰਨਵਾਦ ਕਰਦਾ KTV ਦਾ ਤੇ ਹੋਰ ਉਹਨਾਂ ਚੈਨਲਾਂ ਦਾ ਜੋ ਸੱਚਾਈ ਨੂੰ ਦਿਖਾਉਂਦੇ ਨੇ। ਅਸਲ ਦੇ ਵਿੱਚ ਗੱਲ ਇਹ ਆ ਕਿ ਇੱਥੇ ਗੋਦੀ ਮੀਡੀਆ ਬਹੁਤ ਜ਼ਿਆਦਾ ਆਇਆ ਹੋਇਆ, ਜਿਹਦੇ ਵਿੱਚੋਂ ਜੀ ਨਿਊਜ਼, ਜਿਹਦੇ ਬਾਰੇ ਸਭ ਨੂੰ ਪਤਾ ਕਿ ਇਹਦੇ ਮਾਲਕ ਚੰਦਰਾ ਸਾਹਿਬ ਨੂੰ ਰਾਜ ਸਭਾ ਦੀ ਮੈਂਬਰੀ ਮਿਲੀ ਹੋਈ ਆ, ਸਿਰਫ ਇਸ ਲਈ ਕਿਉਂਕਿ ਉਹ ਪ੍ਰੋਪੋਗੰਡਾ ਜਿਹੜਾ ਸਰਕਾਰ ਦਾ ਉਹਨੂੰ ਅੱਗੇ ਵਧਾਉਂਦੇ ਆ। ਉਹ ਹੁਣ ਵੀ ਇੱਥੇ ਪ੍ਰੋਪੋਗੰਡਾ ਨੂੰ ਅੱਗੇ ਵਧਾ ਰਹੇ ਸੀ, ਨਫ਼ਰਤ ਭਰੀਆਂ ਗੱਲਾਂ ਕਰ ਰਹੇ ਸੀ, ਖਾਸ ਕਰ ਸਿੱਖਾਂ ਬਾਰੇ। ਕਿਉਂਕਿ ਇਹ ਜਿਵੇਂ ਪਹਿਲਾਂ ਵੀ ਇਹਨਾਂ ਨੇ ਇੱਕ ਕਮਿਊਨਿਟੀ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਹਜੇ ਵੀ ਇਹਨਾਂ ਦੀਆਂ ਚੀਜ਼ਾਂ ਚੱਲ ਰਹੀਆਂ ਨੇ। ਮੈਂ ਉਹਨਾਂ ਨੂੰ ਜਾ ਕੇ ਇਹੀ ਵਿਰੋਧ ਕੀਤਾ ਵੀ ਭਾਈ ਤੁਸੀਂ ਇਹ ਚੀਜ਼ ਸੱਚਾਈ ਦਿਖਾਓ, ਜਿਹੜੀ ਸੱਚਾਈ ਹੈ ਇਹਨੂੰ ਧਰਮ ਦਾ ਰੰਗ ਨਾ ਦਿਓ। ਕਿਹੜੇ ਸ਼ਬਦ ਆਖਰ ਜਿਹੜਾ ਕਿ ਤੁਸੀਂ ਦੱਸਿਆ ਮੇਨ ਸਟ੍ਰੀਮ ਮੀਡੀਆ ਇੰਡੀਆ ਦਾ ਚੈਨਲਾਂ ਦੇ ਨਾਮ ਲਏ, ਕਿਹੜੇ ਸ਼ਬਦ ਉਹ ਜਿੱਦਾਂ ਤੁਸੀਂ ਕਿਹਾ ਵੀ ਸਿੱਖਾਂ ਬਾਰੇ ਜਾਂ ਪੰਜਾਬੀਆਂ ਬਾਰੇ, ਕਿਸਾਨਾਂ ਬਾਰੇ ਕੋਈ ਅਪਸ਼ਬਦ ਬੋਲ ਰਹੇ ਸੀ? ਕੀ ਬੋਲ ਰਹੇ ਸੀ ਜੇ ਜਿਹਨੂੰ ਵੇਖ ਕੇ ਤੁਸੀਂ ਉਹਨੂੰ ਰੋਕਣ ਦੀ ਕੋਸ਼ਿਸ਼? ਨਹੀਂ, ਵੈਸੇ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਉਹ ਤਾਂ ਮੈਂ ਕਹਿ ਨਹੀਂ ਸਕਦਾ, ਕਿਉਂਕਿ ਉਹ ਇੱਕ ਗਾਲੀ ਟਾਈਪ ਦੀਆਂ ਗੱਲਾਂ ਕਹੀਆਂ ਨੇ। ਬਾਕੀ ਜਿਹੜਾ ਉਹਨਾਂ ਨੇ ਖਾਲਿਸਤਾਨ ਦਾ ਰੰਗ ਦੇਣ ਦਾ ਨਾਂ ਕੀਤਾ ਵੀ ਖਾਲਿਸਤਾਨੀ ਨੇ ਇਹ ਆ ਉਹ ਆ, ਉਹ ਚੀਜ਼ਾਂ ਤਾਂ ਜਿਹੜੀਆਂ ਕਹੀਆਂ। ਬਾਕੀ ਉਹਨਾਂ ਨੇ ਬੜੇ
ਭੱਦੀਆਂ ਗਾਲੀਆਂ ਦਿੱਤੀਆਂ ਜਿਹੜੀਆਂ ਇੱਥੋਂ ਦੇ ਕਿਸਾਨਾਂ ਬਾਰੇ। ਕੁਝ ਉਹਨਾਂ ਦੇ ਨਾਲ ਹੋਰ ਲੋਕ ਸੀਗੇ, ਉਹਨਾਂ ਦੇ ਡਰਾਈਵਰ ਵਗੈਰਾ ਹੋਰ ਸਾਰੇ ਜਿਹੜੇ ਬਦਤਮੀਜ਼ੀ ਕਰ ਰਹੇ ਸੀ, ਉਹਨਾਂ ਨੇ ਬਹੁਤ ਜ਼ਿਆਦਾ ਭੱਦੀਆਂ ਗਾਲੀਆਂ ਦਿੱਤੀਆਂ। ਲੇਕਿਨ ਖਾਸ ਜੋ ਵਰਡ ਉਹਨਾਂ ਨੇ ਖਾਲਿਸਤਾਨ ਬਾਰੇ ਬੋਲਿਆ, ਉਹ ਚੀਜ਼ ਤੋਂ ਪਤਾ ਲੱਗਦਾ ਕਿ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਉਹ ਇੱਕ ਸਰਕਾਰ ਪੱਖੀ ਜਾਂ ਸਰਕਾਰ ਦੀਆਂ ਨੀਤੀਆਂ ਦੇ ਪੱਖੀ ਆ। ਤੇ ਇਸ ਅੰਦੋਲਨ ਨੂੰ ਜਾਂ ਈਵਨ ਕੋਈ ਵੀ ਅੰਦੋਲਨ ਜੋ ਵੀ ਸਰਕਾਰ ਦੇ ਉੱਤੇ ਸਵਾਲ ਕਰਦਾ, ਕੋਈ ਵੀ ਬੰਦਾ ਕਿਸੇ ਵੀ ਘੱਟ ਗਿਣਤੀ ਕੌਮ ਦਾ ਹੋਵੇ, ਉਹਨੂੰ ਇਹ ਵੱਖਵਾਦੀ, ਅੱਤਵਾਦੀ, ਖਾਲਿਸਤਾਨੀ, ਪਾਕਿਸਤਾਨੀ ਪ੍ਰਸਤ, ਗੱਦਾਰ, ਇਸ ਤਰ੍ਹਾਂ ਦੇ ਨਾਵਾਂ ਨਾਲ ਇਹ ਸੰਬੋਧਨ ਕਰਦੇ ਹੀ ਰਹਿੰਦੇ ਆ। ਪਰ ਗੱਲ ਇਹ ਆ ਕਿ ਇੱਥੇ ਜਿਹੜੇ ਆ, ਇੱਥੇ ਤਾਂ ਪੇਟ ਦੀ ਗੱਲ ਆ, ਰੋਟੀ ਦੀ ਗੱਲ ਹੋ ਰਹੀ ਆ, ਅਨਾਜ ਦੀ ਗੱਲ ਹੋ ਰਹੀ ਆ। ਇਹਦੇ ਵਿੱਚ ਮੁਸਲਮਾਨ ਵੀਰ ਵੀ ਸਾਥ ਦੇ ਰਹੇ ਆ, ਸਿੱਖ ਵੀ ਦੇ ਰਹੇ ਆ, ਤੇ ਪਰ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਰਾ ਵੀ ਜਿਹੜੇ ਉਹ ਸਾਥ ਦੇ ਰਹੇ ਨੇਗੇ। ਕਿਸਾਨ ਹੈ, ਕਿਸਾਨ ਦਾ ਕੋਈ ਖਾਸ ਵਰਗ ਧਰਮ ਨਹੀਂ ਹੁੰਦਾ। ਇੰਨ ਚ ਸਪਸ਼ਟ ਆ ਵੀ ਠੀਕ ਹੈ, ਪੰਜਾਬ ਦੇ ਵਿੱਚ ਸਿੱਖਾਂ ਦੀ ਵੱਧ ਗਿਣਤੀ ਹੋ ਸਕਦੀ ਹੈ, ਹਰਿਆਣੇ 'ਚ ਹਿੰਦੂਆਂ ਦੀ ਹੋ ਸਕਦੀ ਹੈ, ਦਿੱਲੀ, ਇਹ ਵੱਖਰੀਆਂ ਗੱਲਾਂ ਨੇ। ਪਰ ਇੱਥੇ ਮਸਲਾ ਕਿਸਾਨੀ ਦਾ, ਅੰਨਦਾਤੇ ਦਾ। ਕਿਸਾਨ ਤਾਂ ਖੇਤੀ ਕੋਈ ਵੀ ਬੰਦਾ ਕਰਦਾ, ਉਹਦਾ ਮਸਲਾ ਹੈ। ਨਹੀਂ, ਕਿਸਾਨ ਜਿਹੜੇ ਮੰਨ ਲੈਂਦੇ ਆ, ਜ਼ਿਆਦਾਤਰ ਜਿਹੜੇ ਸਿੱਖ ਨੂੰ ਬਿਲੋਂਗ ਕਰਦੇ ਆ, ਸਿੱਖੀ ਨੂੰ ਬਿਲੋਂਗ ਕਰਦੇ ਆ, ਉਹ ਪੰਜਾਬ ਦੇ ਵਿੱਚ ਆ। ਪਰ ਦੂਜੀਆਂ ਸਟੇਟਾਂ ਦੇ ਵਿੱਚ ਤਾਂ ਜ਼ਿਆਦਾਤਰ ਹਿੰਦੂ ਲੋਕ ਨੇ। ਔਰ ਗੱਲ ਜਿਹੜੀ ਸਭ ਤੋਂ ਮੇਨ ਆ, ਉਹ ਟਿੱਕਰੀ ਬਾਰਡਰ ਹੋਵੇ, ਚਾਹੇ ਸਿੰਘੂ ਬਾਰਡਰ ਹੋਵੇ, ਚਾਹੇ ਗਾਜੀਪੁਰ ਬਾਰਡਰ ਹੋਵੇ, ਜਾਂ ਹੋਰ ਜਗ੍ਹਾ ਵੀ ਜਿੱਥੇ ਵੀ ਪ੍ਰੋਟੈਸਟ ਚੱਲ ਰਿਹਾ, ਉੱਥੇ ਜਾ ਕੇ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ 60% ਹਿੰਦੂ ਕਮਿਊਨਿਟੀ ਬੈਠੀ ਆ। ਪਰ ਅਸੀਂ ਕਹਿੰਦੇ ਨਹੀਂ ਕਿ ਉਹ ਹਿੰਦੂ ਆ ਜਾਂ ਸਿੱਖ ਆ ਜਾਂ ਮੁਸਲਮਾਨ ਆ, ਅਸੀਂ ਕਹਿੰਦੇ ਆ ਸਭ ਕਿਸਾਨ ਨੇ, ਸਾਰੇ ਅਸੀਂ ਇੱਕ ਹੋ ਕੇ ਲੜ ਗਏ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਲਾਏ ਜਾਂਦੇ। ਹਾਂ, ਨਾਰੇ ਆ ਜਿਹੜੇ ਉਹ ਕਿਸਾਨਾਂ ਦੇ ਨਾਂ ਤੇ ਲੱਗਦੇ ਆ, ਮਜ਼ਦੂਰਾਂ ਦੇ ਨਾਂ ਤੇ ਲੱਗਦੇ ਆ, ਆਮ ਦੇਸ਼ ਵਾਸੀ ਦੇ ਨਾਂ ਤੇ ਲੱਗਦੇ ਆ। ਪਰ ਇਹ ਜਿਹੜਾ ਆਪਦੀਆਂ ਕੁਰਸੀਆਂ ਬਚਾਉਣ ਲਈ ਇਹ ਇਸ ਨੂੰ ਗਲਤ ਰੰਗਤ ਦੇ ਰਿਹਾ, ਇਹਨੂੰ ਅਧੀਨ ਕੰਮ ਕਰ ਰਿਹਾ। ਇਹ ਕਿਸੇ ਪਾਲਿਸੀ ਅਧੀਨ ਇਸ ਜਿਹੜੇ ਪ੍ਰੋਟੈਸਟ ਨੂੰ ਆ, ਉਹਨੂੰ ਇਹ ਤੋੜ ਨਹੀਂ ਸਕੇ। ਪਰ ਇਹ ਕੋਸ਼ਿਸ਼ਾਂ ਕਰ ਰਹੇ ਨੇ ਕਿ ਇਹਨਾਂ ਨੂੰ ਧਰਮ ਦੇ ਨਾਂ ਤੇ ਲੜਾ ਦਿੱਤਾ ਜਾਵੇ, ਬੋਲੀ ਦੇ ਨਾਂ ਤੇ ਲੜਾ ਦਿੱਤਾ ਜਾਵੇ, ਜਾਂ ਕਿਸੇ ਹੋਰ ਮਸਲੇ ਦੇ ਨਾਂ ਤੇ ਲੜਾ ਕੇ ਇਸ ਪ੍ਰੋਟੈਸਟ ਨੂੰ ਖਤਮ ਕੀਤਾ ਜਾਵੇ। ਪਰ ਮੈਂ ਇੰਨੀ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਕਿ ਇਹਨਾਂ ਦੇ ਬਹਿਕਾਵੇ 'ਚ ਨਹੀਂ ਆਉਣਾ, ਇਹਨਾਂ ਦੀਆਂ ਚਾਲਾਂ 'ਚ ਨਹੀਂ ਆਉਣਾ। ਇਹਨਾਂ ਕੋਲੇ ਬੜੀਆਂ ਏਜੰਸੀਆਂ ਨੇ, ਸਾਡੇ ਮੋਦੀ ਸਾਹਿਬ, ਸਾਡੇ ਅਮਿਤ ਸ਼ਾਹ ਜੀ, ਬੜੀਆਂ ਏਜੰਸੀਆਂ ਉਹਨਾਂ ਦੇ ਅੰਡਰ ਨੇ, ਬੜਾ ਕੁਝ ਕਰ ਸਕਦੇ ਨੇਗੇ। ਪਰ ਅਸੀਂ ਅਵੇਅਰ ਹੋ ਕੇ ਰਹਿਣਾ, ਇਹਨਾਂ ਦੀਆਂ ਚਾਲਾਂ ਦੇ ਵਿੱਚ ਨਹੀਂ ਆਉਣਾ। ਧਰਮ ਦੇ ਨਾਂ ਤੇ, ਬੋਲੀ ਦੇ ਨਾਂ ਤੇ, ਖਿੱਤੇ ਦੇ ਨਾਂ ਤੇ ਨਹੀਂ ਲੜਨਾ। ਆਪਦੇ ਹੱਕਾਂ ਲਈ ਸਰਕਾਰ ਤੋਂ ਸਵਾਲ ਜਵਾਬ ਕਰਨੇ ਆ, ਲੜਨਾਗਾ ਤੇ ਆਪਦੇ ਹੱਕ ਲੈਣੇ ਆ। ਤੇ ਜੋ ਹੱਕ ਸਾਨੂੰ ਹਜੇ ਨਹੀਂ ਮਿਲੇ ਹੋਏ, ਜੋ ਕਨਸਟੀਟਿਊਸ਼ਨ ਤੌਰ ਤੇ ਸਾਨੂੰ ਮਿਲਣੇ ਚਾਹੀਦੇ ਆ, ਉਹਨਾਂ ਲਈ ਵੀ ਸਾਨੂੰ ਡਿਮਾਂਡ ਰੱਖਣੀ ਚਾਹੀਦੀ ਆ। ਤਾਂ ਅੱਜ ਕਿਸਾਨ ਸੰਸਦ ਹੈ, ਕਿਸਾਨ ਸੰਸਦ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈ ਪਹੁੰਚੇ ਆ। 200 ਜਿਹੜੇ ਮੈਂਬਰਾਂ ਨੂੰ ਪਰਮਿਸ਼ਨ ਮਿਲੀ ਸੀ, 200 ਮੈਂਬਰ ਉਹ ਪਹੁੰਚੇ। ਔਰ ਪੂਰੀ ਦੁਨੀਆ ਦੇ ਵਿੱਚ ਅੱਜ ਜਿਹੜੀ ਚਰਚਾ ਹੋ ਰਹੀ ਵੀ ਕਿਸਾਨਾਂ ਨੇ ਜਿਹੜਾ ਅੱਜ ਸੰਸਦ ਵੱਖਰਾ ਲਾਇਆ ਔਰ ਜੰਤਰ ਮੰਤਰ ਦੇ ਵਿੱਚ ਲਾਇਆ। ਤਾਂ ਤੁਸੀਂ 26 ਜਨਵਰੀ ਤੋਂ ਬਾਅਦ ਤੁਹਾਡੀ ਗ੍ਰਿਫਤਾਰੀ ਵੀ ਹੋਈ ਸੀ, ਕਿਉਂਕਿ ਅੱਜ ਕਿਸਾਨ ਸੰਸਦ ਹੈ। ਇਸੇ ਤਰ੍ਹਾਂ ਦੇ ਇੱਕ ਵੱਡਾ ਪ੍ਰੋਗਰਾਮ ਦਿੱਲੀ ਦੇ ਵਿੱਚ ਦੂਸਰੀ ਕਿਸਾਨ ਜਿਹੜੇ ਅੱਜ ਐਂਟਰ ਕੀਤੇ ਆ, ਪਹਿਲਾਂ ਕੀਤੇ ਸੀ 26 ਜਨਵਰੀ ਨੂੰ। 26 ਜਨਵਰੀ ਦਾ ਸਾਨੂੰ ਪਤਾ ਪੂਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਕੁਝ ਪ੍ਰੋਗਰਾਮ ਦਾ ਸੁਨੇਹਾ ਗਿਆ ਸੀ, ਔਰ ਬੜੀ ਹਿੰਮਤ ਦੇ ਨਾਲ, ਬੜੀ ਦਲੇਰੀ ਦੇ ਨਾਲ, ਕਮਾਲ ਦਾ ਜੋਸ਼ ਸੀ ਉਸ ਦਿਨ ਨੌਜਵਾਨਾਂ ਦੇ ਵਿੱਚ, ਕਿਸਾਨਾਂ ਦੇ ਵਿੱਚ, ਬੀਬੀਆਂ ਦੇ ਵਿੱਚ, ਬੱਚਿਆਂ ਦੇ ਵਿੱਚ, ਬਜ਼ੁਰਗਾਂ ਦੇ, ਬਹੁਤ ਕਮਾਲ ਦਾ ਜੋਸ਼ ਸੀ। ਔਰ ਅੱਜ ਬੇਸ਼ੱਕ ਗਿਣਤੀ ਬਹੁਤ ਥੋੜੀ ਰੱਖੀ ਗਈ ਸੀ, ਕਿਉਂਕਿ ਜਿਸ ਤਰ੍ਹਾਂ ਦਾ ਪਲਾਨ ਦਿੱਤੇ ਗਿਆ ਕਿਸਾਨ ਮੋਰਚੇ ਵੱਲੋਂ, ਤਾਂ ਅੱਜ ਵੀ ਬਹੁਤ ਸਾਰੇ ਪ੍ਰਬੰਧ ਜਿਹੜੇ ਸਰਕਾਰ ਨੇ ਬੜੇ ਸਖਤ ਕੀਤੇ ਆ। ਰਸਤੇ 'ਚ ਬੱਸਾਂ ਰੋਕ ਕੇ ਤਲਾਸ਼ੀ ਲਈ ਗਈ ਹੈ, ਚੈਕਿੰਗ ਕੀਤੀ ਗਈ ਆ। ਤਾਂ ਕੀ ਡਰ ਕੀ ਹੈ ਸਰਕਾਰ ਨੂੰ ਅਜੇ ਵੀ ਇਹਨਾਂ ਕਿਸਾਨਾਂ ਤੋਂ? ਇਹ ਤਾਂ ਅੰਨਾ ਗਾਉਣ ਵਾਲੇ ਬੰਦੇ ਆ। ਨਹੀਂ, ਇਹ ਉਹਨਾਂ ਨੂੰ, ਸਰਕਾਰ ਨੂੰ ਇਹਦਾ ਪੂਰਾ ਡਰ ਹੈ, ਕਿਉਂਕਿ ਇਹ ਆਪਦਾ ਮੈਸੇਜ ਆ ਜਿਹੜਾ ਉਹ ਪੂਰੀ ਦੁਨੀਆ 'ਚ ਦੇ ਰਹੇ ਨੇ, ਤੇ ਲੋਕ ਇਹਨਾਂ ਦੀ ਗੱਲ ਸੁਣ ਰਹੇ ਨੇ। ਉਹ ਇਹਨਾਂ ਨੂੰ ਡਰਾਉਣਾ ਚਾਹੁੰਦੇ ਨੇ, ਸਿਰਫ ਹੋਰ ਕੋਈ ਨਹੀਂ, ਕਿ ਇਹ ਲੋਕ ਡਰ ਜਾਣ। ਜਿਵੇਂ ਸਾਡੇ ਤੇ ਹੁਣ ਪਰਚੇ ਪਾ ਕੇ ਮੈਨੂੰ 3.5 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ, ਉੱਥੇ ਵੀ ਸਾਨੂੰ ਤਸ਼ੱਦਦ ਕਰਦੇ ਸੀ। ਅਸੀਂ ਉੱਥੇ 5 ਦਿਨ ਭੁੱਖ ਹੜਤਾਲ ਕੀਤੀ, 4 ਲੜਕਿਆਂ ਨੇ। ਫਿਰ ਸਾਡਾ ਥੋੜੀ ਜਿਹੀ ਉੱਥੇ ਸੁਣਵਾਈ ਕਰਨ ਲੱਗੇ, ਕਿਉਂਕਿ ਅਸੀਂ ਪੋਲੀਟੀਕਲ ਪ੍ਰਿਜ਼ਨ ਸੀਗੇ, ਅਸੀਂ ਕੋਈ ਕ੍ਰਿਮੀਨਲ ਨਹੀਂ ਸੀਗੇ। ਪਰ 26 ਜਨਵਰੀ ਜਿਹੜਾ ਲਾਲ ਕਿਲਾ ਮਸਲਾ ਸੀ, ਉਹਦੇ 'ਚ ਫੜਿਆ ਗਿਆ ਸੀ। ਜੀ, ਮੈਨੂੰ 26 ਜਨਵਰੀ ਲਾਲ ਕਿਲਾ ਮਸਲੇ ਦੇ ਵਿੱਚ FIR ਨੰਬਰ 96 'ਚ ਗ੍ਰਿਫਤਾਰੀ ਪਾਈ ਸੀ। ਇੱਕ FIR ਨੰਬਰ 39 ਸਮੇਂਪੁਰ ਬਾਦਲੀ, ਜਿਹੜਾ ਪਹਿਲਾ ਬੈਰੀਕੇਡਿੰਗ ਟੁੱਟਦਾ, ਉੱਥੇ ਉਹਨਾਂ ਕੋਲੇ ਮੇਰੀਆਂ ਵੀਡੀਓ ਵਗੈਰਾ ਸੀ। ਜਿਹੜੀਆਂ ਉਹਨਾਂ ਕੋਲੇ ਵੀਡੀਓ ਸੀ, ਉਹਦੇ ਬੇਸ ਤੇ ਉਹਨਾਂ ਨੇ ਮੇਰੇ ਤੇ 2 FIRਾਂ ਦੇ ਵਿੱਚ ਨਾਮ ਪਾਇਆ। ਪਰ ਮੇਨ ਜਿਹੜੀ ਚੀਜ਼ ਇਹ ਆ ਕਿ ਉੱਥੇ ਜਿੰਨੇ ਵੱਡੇ ਆਫੀਸਰ ਸੀ, ਉਹ ਸਾਨੂੰ ਇਹੀ ਮਜਬੂਰ ਕਰਦੇ ਸੀ ਕਿ ਤੁਸੀਂ ਕਹੋ ਕਿ ਜੋ ਇਹ ਕਾਨੂੰਨ ਬਣੇ ਹੋਏ ਨੇ ਇਹ ਸਹੀ ਨੇ, ਯਾਨੀ ਕਿ ਜੋ ਸਰਕਾਰ ਕਹਿੰਦੀ ਆ ਉਹ ਸੱਚ ਆ। ਪਰ ਅਸੀਂ ਉੱਥੇ ਆਪਦੀ ਗੱਲ ਤੇ ਅੜੇ ਰਹੇ। ਪਰ ਇੱਥੇ ਮੈਂ ਗੱਲ ਇੰਨੀ ਜ਼ਰੂਰ ਦੱਸਣੀ ਚਾਹੂੰਗਾ ਕਿ ਜਿਹੜੇ ਛੋਟੇ ਮੁਲਾਜ਼ਮ ਸੀ, ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਸਾਨੂੰ ਇਹ ਵੀ ਕਿਹਾ ਕਿ ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਪਰ ਜਿਹੜੀ ਏਜੰਸੀਆਂ ਦੇ ਵੱਡੇ ਅਫਸਰ ਨੇ, ਉਹਨਾਂ ਦਾ ਤਾਂ ਚਲੋ ਕੰਮ ਆ, ਪਰ ਸਭ ਤੋਂ ਜ਼ਿਆਦਾ ਗੁੱਸਾ ਸਾਨੂੰ ਇਸ ਚੀਜ਼ ਦਾ ਕਿ ਜਿਹੜੀ ਮੀਡੀਆ, ਜਿਹੜਾ ਪੱਤਰਕਾਰਤਾ, ਜਿਹਨੇ ਇਸ ਦੁਨੀਆ ਦੇ ਵਿੱਚ ਸੱਚ ਦਿਖਾਉਣਾ, ਚੌਥਾ ਥੰਮ ਲੋਕਤੰਤਰ ਦਾ ਕਹਿੰਦੇ ਨੇ, ਉਹ ਚੌਥੇ ਥੰਮ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗਿਰਾਵਟ ਆ ਚੁੱਕੀ ਆ ਕਿ ਉਹ ਲੋਕਾਂ ਨੂੰ ਲੜਾ ਕੇ, ਮਰਵਾ ਕੇ, ਉਹਨਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕਰਨ ਨੂੰ
ਤਰਜੀਹ ਦੇ ਰਿਹਾ, ਨਾ ਕਿ ਸੱਚਾਈ ਦਿਖਾਉਣ ਨੂੰ, ਨਾ ਕਿ ਜਿਹੜੀ ਸੈਂਟਰ ਗਵਰਨਮੈਂਟ ਆ ਜਾਂ ਸਾਹਮਣੇ ਜਿਹੜੀ ਸਟੇਟ ਗਵਰਨਮੈਂਟ ਆ ਜਾਂ ਪਾਵਰ ਦੇ ਵਿੱਚ ਜੋ ਲੋਕ ਨੇ ਉਹਨਾਂ ਤੋਂ ਸਵਾਲ ਕਰਨ ਦੀ ਬਜਾਏ ਉਹਨਾਂ ਦਾ ਸਾਥ ਦੇ ਕੇ ਜਿਹੜਾ ਸਵਾਲ ਕਰਦਾ ਉਹਨੂੰ ਗੱਦਾਰ ਗਰਦਾਨਣ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਬੁਰਾ ਕਹਿਣ ਦੀ ਕੋਸ਼ਿਸ਼ ਕਰਦੇ ਆ, ਉਹਦੇ ਤੇ ਐਲੀਗੇਸ਼ਨ ਲਾਉਂਦੇ ਆ। ਇਹ ਸਭ ਤੋਂ ਮਾੜੀ ਗੱਲ ਆ ਤੇ ਇਹ ਸਭ ਤੋਂ ਬੁਰੀ ਗੱਲ ਇਸ ਲਈ ਆ ਕਿ ਸਾਡੇ ਕਰੋੜਾਂ ਲੋਕ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਸੱਚ ਮੰਨਦੇ ਨੇ। ਉਹਨਾਂ ਨੂੰ ਥੋੜਾ ਜਿਹਾ ਅਵੇਅਰ ਹੋਣਾ ਚਾਹੀਦਾ ਸੱਚਾਈ ਨੂੰ ਆਪਦੀ ਅੱਖੀਂ ਦੇਖ ਕੇ। ਕਿਉਂਕਿ ਅਨਾਜ ਸਭ ਨੇ ਖਾਣਾ। ਕਮੋਡਿਟੀ ਐਕਟ ਦੇ ਵਿੱਚ ਕਲੀਅਰ ਲਿਖਿਆ ਕਿ ਕੰਪਨੀਆਂ ਜਿੰਨਾ ਮਰਜ਼ੀ ਸਟਾਕ ਕਰ ਸਕਦੀਆਂ ਤੇ ਜਿਹਦੇ ਕੋਲੇ ਬਾਈ ਜੀ ਉਹ ਅਨਾਜ ਚਲਿਆ ਗਿਆ ਨਾ ਉਹ ਤੁਹਾਡਾ ਰੱਬ ਬਣਨ ਦੀ ਕੋਸ਼ਿਸ਼ ਕਰੂਗਾ, ਜਿੰਨਾ ਮਰਜ਼ੀ ਮਹਿੰਗਾ ਕਰ ਸਕਦਾ। ਕਿਉਂਕਿ ਤੁਸੀਂ ਹਰ ਚੀਜ਼ ਬਿਨਾ ਸਾਰ ਸਕਦੇ ਹੋ, ਸਾਬਣ, ਤੇਲ, ਪੈਟਰੋਲ, ਗੱਡੀ, ਪਰ ਰੋਟੀ ਬਿਨਾ, ਅਨਾਜ ਬਿਨਾ ਕੋਈ ਬੰਦਾ ਨਹੀਂ ਸਾਰ ਸਕਦਾ। ਰਿਸੈਸ਼ਨ ਦੇ ਵਿੱਚ ਜਿੱਥੇ ਸਾਰੀ ਦੁਨੀਆ ਦੇ ਵਿੱਚ ਰਿਸੈਸ਼ਨ ਆਇਆ, ਸਾਰੀ ਦੁਨੀਆ ਦੀ GDP ਥੱਲੇ ਚਲੀ ਗਈ। ਸਾਡੇ ਦੇਸ਼ ਦੀ ਤਾਂ ਬਹੁਤ ਜ਼ਿਆਦਾ ਹੀ ਭੱਠਾ ਬਹਿ ਗਿਆ GDP ਦਾ। ਪਰ ਇੱਕ ਸੈਕਟਰ ਸੀ ਜਿਹੜਾ 3% ਗਰੋਥ ਕਰ ਰਿਹਾ ਸੀ, ਉਹ ਕਿਹੜਾ ਸੈਕਟਰ ਸੀ? ਐਗਰੀਕਲਚਰ। ਹੁਣ ਇਹਨਾਂ ਦੀ ਇਹਦੇ ਤੇ ਅੱਖ ਆ ਕਿ ਇਹ ਘਾਟੇ 'ਚ ਨਹੀਂ ਜਾਂਦਾ, ਇਹਨੂੰ ਵੀ ਆਪਦੇ ਅੰਦਰ ਹੱਥਾਂ ਦੇ ਵਿੱਚ ਲੈ ਲਗੇ ਤੇ ਲੋਕਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਦਈਏ ਤਾਂ ਕਿ ਉਹ ਵੱਧ ਤੋਂ ਵੱਧ ਕੰਮ ਕਰਨ ਤੇ ਸਾਰੀ ਕਮਾਈ ਲਿਆ ਕੇ ਸਾਡੇ ਘਰ ਭਰ ਦੇਣ। ਇਹਨਾਂ ਚੀਜ਼ਾਂ ਬਾਰੇ ਸਾਨੂੰ ਸੋਚਣਾ ਚਾਹੀਦਾ ਕਿ ਸੱਚਾਈ ਕੀ ਆ ਤੇ ਸਾਨੂੰ ਕੀ ਡਿਸੀਜਨ ਲੈਣੇ ਚਾਹੀਦੇ ਤੇ ਕਿਹਦੇ ਬਾਰੇ ਸੋਚਣਾ ਚਾਹੀਦਾ ਤੇ ਕਿਹਦੇ ਸਾਨੂੰ ਖਿਲਾਫ ਹੋਣਾ ਚਾਹੀਦਾ। ਬਿਲਕੁਲ, ਤਾਂ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ। ਤਾਂ ਕਿਸਾਨ ਜਿਹੜੇ ਕੋਈ ਇਕੱਲੇ ਵੱਖਰੀ ਆਪਣੀ ਮੰਗ ਲੈ ਕੇ ਨਹੀਂ ਬੈਠੇ, ਕਿਉਂਕਿ ਹਰ ਇੱਕ ਬੰਦਾ ਜਿਹੜਾ ਹਰ ਇੱਕ ਕਿਰਤ ਜਿਹੜੀ ਕਿਸਾਨੀ ਨਾਲ ਜੁੜੀ ਹੈ। ਕਿਸਾਨ ਅੰਨ ਪੈਦਾ ਕਰੂਗਾ ਤਾਂ ਉਹ ਮੰਡੀ ਚਲ ਜਾਊਗਾ, ਕਣਕ ਆਊਗੀ, ਕਣਕ ਪਿਆਈ ਜਾਊਗੀ, ਫਿਰ ਆਟਾ ਥੈਲੀਆਂ 'ਚ ਪੈਕ ਹੋਊਗਾ, ਮਾਰਕੀਟ ਜਾਊਗਾ, ਪੈਕ ਕਰਨ ਵਾਲੇ ਦੀ ਕਮਾਈ ਆ, ਪੀਣ ਵਾਲੇ ਦੀ ਕਮਾਈ ਆ। ਕਿੰਨੀਆਂ ਚੀਜ਼ਾਂ ਕਿਸਾਨ ਪੈਦਾ ਕਰਦਾ। ਹਰ ਇੱਕ ਕਾਰੋਬਾਰ, ਹਰ ਇੱਕ ਚੁੱਲ੍ਹਾ, ਹਰ ਇੱਕ ਹੱਟੀ ਜਿਹੜੀ ਆ ਕਿਸਾਨ ਨਾਲ ਜੁੜੀ ਹੋਈ ਆ। ਪਰ ਜੇ ਅਸੀਂ ਸੱਚਮੁੱਚ ਦੇਖੀਏ ਤਾਂ ਉਸੇ ਓਡੇ ਵੱਡੇ ਪੱਧਰ ਤੇ ਲੋਕ ਸਾਥ ਨਹੀਂ ਦੇ ਰਹੇ। ਨਹੀਂ ਬਾਈ ਜੀ, ਪਤਾ ਗੱਲ ਕੀ ਆ, ਇਹ ਜਿਹੜਾ ਕਿਸਾਨੀ ਵਾਲਾ ਨਾ ਇਹ ਬਾਈ ਜੀ 80% ਦੇਸ਼ ਦਾ ਜਿਹੜਾ ਸਿਸਟਮ ਆ ਨਾ ਉਹ ਕਿਸਾਨਾਂ ਤੋਂ ਹੀ ਚੱਲ ਰਿਹਾ। ਕਿਉਂਕਿ ਫਸਲਬਾੜੀ ਆਉਂਦੀ ਆ ਉਹਦੇ ਨਾਲ ਹੀ ਸਾਰਾ ਕੰਮ ਚੱਲ ਪੈਂਦਾ। ਉਹਨੂੰ ਸਾਫ਼ ਸਫਾਈ ਕਰਨ ਵਾਲਾ, ਉਹਨੂੰ ਪੈਕਿੰਗ ਕਰਨ ਵਾਲਾ, ਉਹਨੂੰ ਭਿਉਣ ਵਾਲਾ, ਫਿਰ ਉਹਨੂੰ ਫੈਕਟਰੀਆਂ 'ਚ ਜਾਣ ਵਾਲਾ, ਉਹਦੇ ਤੋਂ ਬਿਸਕੁਟ ਬਣ ਰਹੇ ਨੇ, ਚਾਹੇ ਉਹਦੇ ਤੋਂ ਹੋਰ ਖਾਣ ਵਾਲੀਆਂ ਚੀਜ਼ਾਂ, ਪੀਣ ਵਾਲੇ ਜੂਸ ਵਗੈਰਾ ਬਣ ਰਹੇ ਨੇ, ਉਹ ਸਾਰਾ ਕੁਝ ਇੱਥੋਂ ਹੀ ਸ਼ੁਰੂ ਹੁੰਦਾ ਗਾ। ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲੋਕ ਨਹੀਂ ਆ ਰਹੇਗੇ, ਇਹਦੇ 'ਚ ਬਾਈ ਜੀ ਅੱਜ ਨਹੀਂ, ਇਹ ਸਾਡੇ ਦੇਸ਼ ਦਾ ਪਹਿਲੇ ਦਿਨ ਹੀ ਦੁਰਭਾਗ ਰਿਹਾ। ਤੁਸੀਂ ਦੇਖੋਗੇ 47 ਤੋਂ ਪਹਿਲਾਂ ਇਸ ਦੇਸ਼ ਦੀ ਜਨਸੰਖਿਆ 33 ਕਰੋੜ ਸੀ, ਪਰ ਸਰਕਾਰ ਨਾਲ ਟਕਰਾਉਣ ਵਾਲੇ, ਸਿਸਟਮ ਨਾਲ ਟਕਰਾਉਣ ਵਾਲੇ ਕੁਝ ਕੁ ਲੋਕ ਹੀ ਸੀਗੇ। ਇਹ ਸਾਡੇ ਦੇਸ਼ ਦਾ ਦੁਰਭਾਗਿਆ ਹੀ ਪਹਿਲੇ ਦਿਨੋਂ ਹੀ ਰਿਹਾਗਾ ਕਿ ਇੱਥੇ ਸਾਰੇ ਲੋਕ ਸਾਥ ਨਹੀਂ ਦਿੰਦੇਗੇ, ਲੜਦੇ ਨਹੀਂਗੇ। ਇਹ ਬਸ ਚੱਲ ਰਿਹਾ, ਇਹ ਕਹਿ ਕੇ ਗਾਂਹ ਟੱਪਣ ਵਾਲੇ ਆ। ਇਹੀ ਸਭ ਤੋਂ ਵੱਡੀ ਸਾਡੇ ਦੇ ਵਿੱਚ ਕਮੀ ਆ। ਸਾਡੇ ਦੇਸ਼ ਦਾ ਜਿਹੜਾ ਅੱਜ ਬੁਰਾ ਹਾਲ ਹੋਇਆ, ਸਾਡੇ ਬੱਚਿਆਂ ਨਾਲ ਜੋ ਕੁਝ ਹੋ ਰਿਹਾ, ਜੋ ਉਹਨਾਂ ਨੂੰ ਬਾਹਰ ਜਾਣਾ ਪੈ ਰਿਹਾ, ਨੂੰ ਨੌਕਰੀ ਨਹੀਂ ਮਿਲ ਰਹੀ, ਲੋਕ ਭੁੱਖੇ ਸੌਣ ਨੂੰ ਮਜਬੂਰ ਨੇ, ਉਹ ਸਾਡੇ ਦੇਸ਼ ਵਾਸੀਆਂ ਦੇ ਕਰਕੇ ਹੀ ਆ। ਕਿਉਂਕਿ ਸਾਡੇ ਦੇਸ਼ ਵਾਸੀ ਜਿਹੜੇ ਆ ਉਹ ਕਿਸੇ ਵੀ ਚੰਗੇ ਕੰਮ ਦੇ ਵਿੱਚ ਸਾਥ ਦੇਣ ਦੀ ਬਜਾਏ ਚੁੱਪ ਰਹਿਣ ਨੂੰ ਬੈਟਰ ਮੰਨਦੇ ਆ। ਪਰ ਹੁਣ ਉਹ ਸਮਾਂ ਨਹੀਂ ਆ ਗਿਆ। ਹੁਣ ਢਿੱਡ ਦੀ ਲੜਾਈ ਆ, ਰੋਟੀ ਦੀ ਲੜਾਈ ਆ। ਇਹਦਾ ਕੋਈ ਧਰਮ ਨਹੀਂ ਹੁੰਦਾ, ਜਾਤ ਨਹੀਂ ਹੁੰਦਾ। ਇਹ ਹਰ ਇੱਕ ਬੰਦੇ ਨੂੰ ਲੱਗਦੀ ਆ। ਇਸ ਕਰਕੇ ਸਾਰੇ ਬੰਦਿਆਂ ਨੂੰ ਸੋਚਣਾ ਚਾਹੀਦਾ ਕਿ ਹੁਣ ਵੀ ਜੇ ਉਹ ਬਾਹਰ ਨਾ ਨਿਕਲੇ ਤੇ ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਕਦੇ ਮਾਫ ਨਹੀਂ ਕਰਨਗੀਆਂ। ਜੇ ਅਜੇ ਵੀ ਜਿਹੜਾ ਕਿ ਸੰਘਰਸ਼ ਦਾ ਸਾਥ ਨਾ ਦਿੱਤਾ ਔਰ ਜੇ ਅਜੇ ਵੀ ਜਾਗਰੂਕ ਨਾ ਹੋਏ, ਕਿਉਂਕਿ ਆਉਣ ਵਾਲੀ ਜਿਹੜੀ ਕਿ ਪੀੜ੍ਹੀ ਦਾ ਮਸਲਾ ਹੈਗਾ, ਇਕੱਲਾ ਫਸਲਾਂ ਦਾ ਮਸਲਾ ਨਹੀਂ, ਹੁਣ ਤੇ ਨਸਲਾਂ ਦਾ ਵੀ ਮਸਲਾ ਬਣ ਚੁੱਕਾ। ਤਾਂ ਕਿਸਾਨ ਸੰਸਦ ਲੱਗਿਆ, ਇਹਦੇ ਬਾਰੇ ਤੁਹਾਨੂੰ ਕੀ ਲੱਗਦਾ? ਤੁਸੀਂ ਕਿਉਂਕਿ ਮੰਗੂ ਮੱਠ ਦੇ ਵਿੱਚ ਜਾ ਕੇ ਨਿਸ਼ਾਨ ਸਾਹਿਬ ਲਾਇਆ, ਉੱਥੇ ਹੋਣ ਦੀ ਗੱਲ ਸੀ, ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਮਾਮਲਾ ਸੀਗਾ। 26 ਜਨਵਰੀ ਨੂੰ ਜਿਹੜਾ ਕਿ ਲਾਲ ਕਿਲ੍ਹੇ ਦੇ ਵਿੱਚ ਕਿਸਾਨ ਪਹੁੰਚੇ, ਉੱਥੇ ਜੋ ਵੀ ਸਭ ਕੁਝ ਹੋਇਆ, ਨਿਸ਼ਾਨ ਸਾਹਿਬ, ਖਾਲਸਾਈ ਝੰਡੇ ਜਿਹੜੇ ਆ ਕੇਸਰੀ ਝੁਲਾਏ ਗਏ, ਲੋਕਾਂ ਦਾ ਰੋਹ ਸੀ। ਰੋਹ ਜਿਹੜਾ ਸੀ ਇੱਕ ਇਸ ਤਰੀਕੇ ਨਾਲ ਪ੍ਰਗਟ ਹੋਇਆ, ਕੋਈ ਲਾਲ ਕਿਲ੍ਹੇ ਤੇ ਵੀ ਚਲੇ ਗਏ। ਉਸ ਤੋਂ ਬਾਅਦ ਬੜੀ ਸਖਤੀ ਦੇ ਨਾਲ ਬਹੁਤ ਸਾਰੇ ਲੋਕਾਂ ਤੇ FIR ਹੋਈਆਂ। ਹੁਣ ਹਾਲਾਂਕਿ ਅੱਜ ਦੀ ਤਰੀਕ ਦੇ ਵਿੱਚ ਸਭ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਔਰ ਕੇਸ ਕਈ ਸਮਾਂ ਲੰਮਾ ਚੱਲਣਗੇ। ਤਾਂ ਕਿਸਾਨ ਸੰਸਦ ਬਾਰੇ ਤੁਹਾਨੂੰ ਕੀ ਲੱਗਦਾ ਹੈ? ਇੱਕ 26 ਜਨਵਰੀ ਦਾ ਪ੍ਰੋਟੈਸਟ ਸੀ ਜਿਹੜਾ ਰੋਸ ਦਾ ਪ੍ਰਗਟਾਵਾ ਸੀ। ਅੱਜ ਇੱਕ ਇਹ ਪ੍ਰੋਟੈਸਟ ਹੈ, ਇਹ ਵੀ ਰੋਸ ਦਾ ਪ੍ਰਗਟਾਵਾ। ਉਹ ਕਿਸੇ ਹੋਰ ਤਰੀਕੇ ਨਾਲ ਸੀ, ਅੱਜ ਪੂਰਨ ਤੌਰ ਤੇ ਸ਼ਾਂਤਮਈ ਔਰ ਬਹੁਤ ਹੀ ਕਮਾਲ ਦਾ ਜਿਹੜਾ ਹੈਗਾ, ਕਿਉਂਕਿ ਸਿਰਫ 200 ਬੰਦਾ ਆਇਆ, ਕਿਸੇ ਨੂੰ ਕੋਈ ਧੱਕਾ ਮੁੱਕੀ ਨਹੀਂ ਹੈਗਾ, ਬੜਾ ਸ਼ਾਂਤਮਈ ਤਰੀਕੇ ਨਾਲ ਆ ਕੇ ਬਹਿ ਗਿਆ, ਪੰਜਾਂ ਬੱਸਾਂ ਜਾ ਕੇ ਬਹਿ ਗਿਆ। ਤਾਂ ਕੀ ਲੱਗਦਾ ਸਰਕਾਰ ਤੇ ਇਹਦਾ ਪ੍ਰਭਾਵ ਕਿਵੇਂ ਪੈ ਸਕਦਾ? ਇਹ ਗੱਲ ਇਹ ਆ ਕਿ ਬਾਈ ਜੀ ਉਹ ਜਿਹੜਾ ਉਦਣ 26 ਜਨਵਰੀ ਨੂੰ ਹੋਇਆ ਤੇ ਜੋ ਅੱਜ ਹੋ ਰਿਹਾ, ਇਹਦੇ ਵਿੱਚ ਨਜ਼ਰੀਆ, ਉਹ ਅਸੀਂ ਨਜ਼ਰੀਆ ਇਹ ਦਿਖਾਇਆ ਸੀ ਕਿ ਅਸੀਂ ਤਾਕਤ ਨਾਲ ਵੀ ਸਭ ਕੁਝ ਕਰ ਸਕਦੇ ਹਾਂ। ਅੱਜ ਅਸੀਂ ਇਹ ਦਿਖਾਇਆ ਕਿ ਅਸੀਂ ਟੇਬਲ ਟਾਕ ਤੇ ਵੀ ਗੱਲ ਕਰ ਸਕਦੇ ਹਾਂਗੇ। ਸਾਨੂੰ ਸੰਸਦ ਬਾਰੇ ਵੀ ਪਤਾ, ਸਾਨੂੰ ਉਲਝਾਇਆ ਨਾ ਜਾਵੇ ਕਿ ਜੀ ਸੰਸਦ ਦੇ ਵਿੱਚ ਬਿੱਲ ਪਾਸ ਹੋ ਗਏ ਆ, ਹੁਣ ਇਹ ਵਾਪਸ ਨਹੀਂ ਹੋ ਸਕਦੇ, ਜਾਂ ਸੰਸਦ ਦਾ ਇਹ ਪ੍ਰੋਸੀਜਰ ਹੁੰਦਾ। ਇਹਦਾ ਦੱਸਣ ਦਾ ਮਤਲਬ ਇਹ ਆ ਵੀ ਸਾਨੂੰ ਸੰਸਦ ਚਲਾਉਣੀ ਵੀ ਆਉਂਦੀ ਹੈ, ਸੰਸਦ ਬਹਿਣਾ ਵੀ ਆਉਂਦਾ, ਕਿ ਕਾਨੂੰਨ ਪਾਸ ਵੀ ਕਰਨੇ ਆਉਂਦੇ ਆ, ਰਿਜੈਕਟ ਵੀ ਕਰਨੇ ਆਉਂਦੇ ਆ। ਇਸ ਚੀਜ਼ ਤੋਂ ਇਹ ਪਤਾ ਲੱਗਦਾ ਕਿ ਲੋਕ ਅਵੇਅਰ ਨੇ। ਅਸੀਂ ਉਹ ਨਹੀਂ ਕਿ ਸਾਨੂੰ ਕਿਸੇ ਨੇ ਵਰਗਲਾ ਕੇ ਜਾਂ ਸਾਨੂੰ ਕਿਸੇ ਨੇ ਹਾਇਰ ਕਰਿਆਗਾ ਵੀ ਤਾਂ ਅਸੀਂ ਬੈਠੇ
ਰਹੇ ਆ। ਇਹਦੇ ਨਾਲ ਸਰਕਾਰ ਤੇ ਵੀ ਪ੍ਰੈਸ਼ਰ ਪਊਗਾ ਤੇ ਦੁਨੀਆ ਦੇ ਵਿੱਚ ਵੀ ਇੱਕ ਅੱਛਾ ਮੈਸੇਜ ਜਾਊਗਾ ਕਿ ਉਹ ਸੱਭਿਅਕ ਲੋਕ ਨੇ, ਉਹ ਅਸੱਭਿਅਕ ਲੋਕ ਨਹੀਂ, ਉਹ ਸਭ ਲਈ ਲੜ ਰਹੇ ਨੇ ਤੇ ਉਹਨਾਂ ਨੂੰ ਪ੍ਰੋਸੀਜਰ ਵੀ ਸਾਰਾ ਪਤਾਗਾ। ਉਹਨਾਂ ਨੂੰ ਬੇਵਕੂਫ ਬਣਾ ਕੇ ਕੋਈ ਨਹੀਂ ਇੱਥੇ ਲੈ ਕੇ ਆਏਗਾ। ਇਸ ਚੀਜ਼ ਦਾ ਪੂਰਾ ਜਿਹੜਾ ਇਫੈਕਟ ਆ, ਇੱਕ ਪੋਜ਼ਿਟਿਵਿਟੀ ਇਫੈਕਟ ਪਊਗਾ ਤੇ ਆਮ ਲੋਕਾਂ ਨੂੰ ਵੀ ਇਸ ਚੀਜ਼ ਨਾਲ ਜੋੜਨ ਦੇ ਵਿੱਚ ਸਹਾਈ ਹੋਊਗਾ ਤੇ ਸਰਕਾਰ ਨੂੰ ਵੀ ਉਹਦੀਆਂ ਕਮੀਆਂ ਦਾ ਅਹਿਸਾਸ ਕਰਾਊਗਾ। ਹਾਲਾਂਕਿ ਉਹ ਕਰਨ ਨਾ ਕਰਨ, ਜਿਵੇਂ ਉਹ ਕਹਿੰਦੇ ਹੁੰਦੇ ਨਾ, ਇੱਕ ਕਹਾਵਤ ਸੀ, ਉਹ ਕਹਿੰਦਾ ਤੇਰੀ ਬੇਇੱਜ਼ਤੀ ਕਰਤੀ, ਉਹ ਕਹਿੰਦਾ ਮੈਂ ਬਸ਼ਰਮਾ, ਮੇਰੀ ਕੋਈ ਬੇਇੱਜ਼ਤੀ ਨਹੀਂ ਕਰ ਸਕਦਾ। ਜੇ ਤਾਂ ਹੋਈ ਬਸ਼ਰਮਾ ਫੇਰ ਤਾਂ ਉਹਨਾਂ ਦਾ ਕੁਝ ਹੋ ਨਹੀਂ ਸਕਦਾ, ਲੇਕਿਨ ਅਗਰ ਜੇ ਉਹਨਾਂ ਦੇ ਵਿੱਚ ਭੋਰਾ ਵੀ ਸ਼ਰਮ ਹੋਈ ਜਾਂ ਨੈਤਿਕਤਾ ਹੋਈ ਤਾਂ ਉਹਨਾਂ ਨੂੰ ਅੱਜ ਇਸ ਚੀਜ਼ ਦਾ ਅਹਿਸਾਸ ਹੋਊਗਾ ਕਿ ਉਹਨਾਂ ਨੇ ਜਿਵੇਂ ਅੱਜ ਸੰਸਦ ਚਲਾਇਆ, ਸਵਾਲ ਜਵਾਬ ਕਰੇ ਨੇ, ਬੈਠ ਕੇ ਗੱਲ ਕਰੀ ਆ, ਸਾਰੇ ਹੀ ਕਿਸੇ ਵੀ ਪਾਰਟੀ ਦੇ ਸੰਸਦ ਹੋਣ, MP ਹੋਣ, ਰਾਜ ਸਭਾ ਮੈਂਬਰ ਹੋਣ, ਉਹਨਾਂ ਦਾ ਫਰਜ਼ ਇਹ ਬਣਦਾ ਕਿ ਦੇਸ਼ ਦੀਆਂ ਸਮੱਸਿਆਵਾਂ ਸੰਸਦ ਦੇ ਵਿੱਚ ਰੱਖਣ, ਸੰਸਦ ਦੇ ਵਿੱਚ ਸਵਾਲ ਪੁੱਛਣ, ਸਰਕਾਰ ਨੂੰ ਮਜਬੂਰ ਕਰਨ ਜਵਾਬ ਦੇਣ ਲਈ। ਕਿਉਂਕਿ ਇੱਕ ਸਿਰਫ ਹੁਣ ਸੰਸਦ ਹੀ ਰਹਿ ਗਿਆ ਜਿੱਥੇ ਉਹਨੂੰ ਜਵਾਬ ਦੇਣਾ ਪੈ ਰਿਹਾ, ਨਹੀਂ ਹੋਰ ਕਿਸੇ ਮੰਚ ਤੇ ਉਹ ਸਵਾਲ ਜਵਾਬ ਨਹੀਂ ਕਰਨ ਦਿੰਦੇਗੇ। ਆਪਨੇ ਦੇਖਿਆ ਹੋਊਗਾ 7 ਸਾਲਾਂ 'ਚ ਉਹਨਾਂ ਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ, ਪਰ ਇੱਥੇ ਮਜਬੂਰੀ ਆ, ਉਹਨਾਂ ਨੂੰ ਆ ਕੇ ਜਵਾਬ ਦੇਣਾ ਪੈਂਦਾ। ਇਸ ਲਈ ਇੱਕ ਮੈਸੇਜ ਜਾ ਰਿਹਾ ਕਿ ਸਾਰੇ ਐਮਪੀਆਂ ਨੂੰ ਉੱਥੇ ਬੈਠ ਕੇ ਸੰਸਦ ਦੇ ਵਿੱਚ ਹਰ ਇੱਕ ਮੁੱਦੇ ਤੇ, ਇਕੱਲਾ ਕਿਸਾਨੀ ਨਹੀਂ, ਚਾਹੇ ਉਹ ਕਿਸਾਨੀ ਮੁੱਦਾ ਗਾ, ਚਾਹੇ ਉਹ ਮਜ਼ਦੂਰਾਂ ਦੇ ਵਾਸਤੇ ਜਿਹੜੇ 4 ਕੋਡ ਲਿਆਂਦੇ ਗਏ ਨੇ 40 ਕਾਨੂੰਨ ਖਤਮ ਕਰਕੇ, ਜਾਂ ਹੋਰ ਵੀ ਜਿਹੜੇ ਆਰਡੀਨੈਂਸ ਲਿਆਂਦੇ ਜਾ ਰਹੇ ਨੇ, ਹਰ ਇੱਕ ਤੇ ਸਵਾਲ ਪੁੱਛਿਆ ਜਾਵੇ। ਐਜੂਕੇਸ਼ਨ ਕਿਉਂ ਨਹੀਂ, ਸਿਹਤ ਸਹੂਲਤਾਂ ਕਿਉਂ ਨਹੀਂ ਮਿਲ ਰਹੀਆਂ, ਲੋਕ ਆਕਸੀਜਨ ਦੀ ਕਮੀ ਨਾਲ ਕਿਉਂ ਮਰੇ, ਲੋਕਾਂ ਨੂੰ ਵੈਕਸੀਨ ਕਿਉਂ ਨਹੀਂ ਮਿਲ ਰਹੀ, ਸਾਰੇ ਮੁੱਦੇ ਉੱਥੇ ਯਾਨੀ ਕਿ ਇਹਨਾਂ ਨੂੰ ਰੱਖਣੇ ਚਾਹੀਦੇ ਆ। ਇਹ ਅੱਜ ਉਹਨਾਂ ਨੂੰ ਇੱਕ ਤਰ੍ਹਾਂ ਦੀ ਕਲਾਸ ਲਾ ਰਹੇ ਆ ਤਾਂ ਕਿ ਉਹਨਾਂ ਨੂੰ ਥੋੜੀ ਸ਼ਰਮ ਆਵੇ ਤੇ ਉਹ ਆਪਣੇ ਆਪ ਦਾ ਜਿਹੜਾ ਕਰਮ ਹੈ ਉਹਨੂੰ ਪਛਾਣਨ ਤੇ ਉੱਥੇ ਸਵਾਲ ਜਵਾਬ ਕਰਨ ਤੇ ਸਰਕਾਰ ਤੋਂ ਜਵਾਬ ਲੈ ਕੇ ਲੋਕਾਂ ਲਈ ਕੁਝ ਅੱਛਾ ਕਰਨ ਦੀ ਕੋਸ਼ਿਸ਼ ਕਰਨ। ਬਿਲਕੁਲ, ਤਾਂ ਇਹ ਸਨ ਨਿਹੰਗ ਸਿੰਘ, ਜਬਰਜੰਗ ਸਿੰਘ ਮੰਗੂਮੱਠ। ਇਹਨਾਂ ਨੂੰ ਅੱਜ ਇੱਥੇ ਕੁਝ ਮੀਡੀਆ ਅਦਾਰਿਆਂ ਦੇ, ਕੁਝ ਲੋਕਾਂ ਦਾ, ਜਾਂ ਕੁਝ ਇੱਥੋਂ ਪਹੁੰਚੇ ਹੋਏ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ, ਜਿਹੜੀ ਨਫ਼ਰਤ ਕੁਝ ਖਾਸ ਵਰਗ ਨਾਲ ਕਰਦੀ ਹੈ। ਜਿਹੜੇ ਇੱਥੇ ਇਸ ਦੇ ਕੁਝ ਲੋਕ ਜਿਹੜੇ ਹੈਗੇ ਆ, ਉਹ ਭਾਰਤੀ ਜਿਹੜਾ ਕਿ ਨਿਜ਼ਾਮ ਦੇ ਕੁਝ ਲੋਕ ਆ ਜਿਹੜੇ ਪੰਜਾਬ ਨੂੰ ਜਾਂ ਸਿੱਖਾਂ ਨੂੰ ਕੁਝ ਨਫ਼ਰਤੀ ਅੱਖ ਨਾਲ ਵੇਖਦੇ ਆ, ਉਹਨਾਂ ਦੀ ਜਿਹੜੀ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ ਇੱਥੇ ਬੋਲ ਬੁਲਾਇਆ। ਇੱਕ ਮੈਂ ਇੱਥੇ ਤੁਹਾਨੂੰ ਗੱਲ ਹੋਰ ਦੱਸ ਦਿੰਦਾ, ਇਦੋਂ 1 ਘੰਟਾ ਪਹਿਲਾਂ ਇੱਥੇ ਇੱਕ ਫ੍ਰੀਲਾਂਸ ਪੱਤਰਕਾਰ ਸੀ ਜਿਹੜਾ ਉੱਥੋਂ ਸਿੰਘੂ ਬਾਰਡਰ ਤੇ ਆਇਆ ਹੋਇਆ ਸੀ, ਇੱਥੋਂ ਨਾਲ ਆਇਆ ਉਹ ਕਿਸਾਨਾਂ ਦੇ, ਉਹਨੂੰ ਵੀ ਇਹ ਜੀ ਮੀਡੀਆ ਵਾਲਿਆਂ ਨੇ ਉਹਦਾ ਕੈਮਰਾ, ਮੋਬਾਈਲ ਖੋਇਆ, ਉਹਨੂੰ ਭੰਨਿਆ, ਉਹਦਾ ਜਿਹੜਾ ਉਹ ਰੱਖਣ ਵਾਲਾ ਸਟੈਂਡ ਸੀ ਉਹ ਲੈ ਗਏ ਤੇ ਈਵਨ ਇਹ ਦੇਖੋ ਉਲਟਾ ਉਹਨੂੰ ਥਾਣੇ ਦੇ ਵਿੱਚ ਲੈ ਕੇ ਗਏ ਆ, ਕਿਉਂਕਿ ਮੇਰਾ ਫੋਨ ਚੋਰੀ ਹੋ ਗਿਆ ਸੀ, ਮੈਂ ਉਹਦੀ ਰਪਟ ਲਿਖਾਉਣ ਗਿਆ ਸੀ ਤਾਂ ਉੱਥੇ ਉਹ ਮੁੰਡੇ ਨੂੰ ਬਾ ਕੇ ਬੈਠੇ ਹੋਏ ਸੀਗੇ, ਹਰਜੋਤ ਸਿੰਘ, ਸ਼ਾਇਦ ਹਰਜੀਤ ਸਿੰਘ ਇਸ ਤਰ੍ਹਾਂ ਦਾ ਉਹਦਾ ਨਾਮ ਸੀ, ਉਹਨੂੰ ਉੱਥੇ ਬਿਠਾਇਆ ਹੋਇਆ ਸੀ, ਉਹਦਾ ਹੀ ਸਮਾਨ ਲੁੱਟਿਆ ਗਿਆ, ਉਸੇ ਨੂੰ ਹੀ ਕੁੱਟਿਆ ਗਿਆ ਜੀ ਮੀਡੀਆ ਵੱਲੋਂ ਤੇ ਉਸੇ ਤੇ ਹੀ ਪਰਚਾ ਦਰਜ ਕਰਾਉਣ ਵਾਸਤੇ ਉਹਨੂੰ ਉੱਥੇ ਫੜ ਕੇ ਲੈ ਗਈ ਪੁਲਿਸ। ਇਹ ਇਹਨਾਂ ਦਾ ਗੱਠਜੋੜ ਦਾ ਇੱਥੋਂ ਪਤਾ ਚੱਲਦਾ ਕਿ ਗੋਦੀ ਮੀਡੀਆ ਤੇ ਸਰਕਾਰ ਦਾ ਤੇ ਪੁਲਿਸ ਦਾ ਕਿੱਡਾ ਤਗੜਾ ਗੱਠਜੋੜ ਆ ਕਿ ਉਹ ਬੰਦੇ ਨੂੰ ਕੁੱਟਿਆ ਗਿਆ, ਉਹਦਾ ਮੋਬਾਈਲ ਭੰਨਿਆ ਗਿਆ, ਉਸੇ ਨੂੰ ਹੀ ਫੜ ਕੇ ਅੰਦਰ ਭੇਜ ਦਿੱਤਾ ਗਿਆ। ਬਿਲਕੁਲ, ਤਾਂ ਜਿਹੜੀ ਘਟਨਾ ਇਹਨਾਂ ਨੇ ਸਾਡੇ ਨਾਲ ਹੁਣ ਸਾਂਝੀ ਕੀਤੀ, ਅਸੀਂ ਕਿਸਾਨ ਲੀਡਰਾਂ ਨਾਲ ਵੀ ਜਿਹੜੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆਖਿਰ ਕਿਸਾਨ ਹਮਾਇਤੀ ਲੋਕ ਜਿਹੜੇ ਹੈਗੇ ਨੇ, ਜਿਹੜੇ ਕਿਸੇ ਫ੍ਰੀਲਾਂਸਰ ਦੇ ਤੌਰ ਤੇ ਮੀਡੀਆ ਦੇ ਵਿੱਚ ਕੰਮ ਕਰਦੇ ਜਾਂ ਕਿਸੇ ਵੀ ਤਰੀਕੇ ਨਾਲ ਕੰਮ ਕਰਦੇ, ਤਾਂ ਉਹਨਾਂ ਨਾਲ ਕੋਈ ਭਾਰਤੀ ਮੇਨ ਸਟ੍ਰੀਮ ਮੀਡੀਆ ਜਿਹੜਾ ਕਾਫੀ ਹੰਕਾਰਿਆ ਹੋਇਆ, ਕਿਉਂਕਿ ਸਰਕਾਰ ਇਸ ਵਕਤ ਜਿਹੜੀ ਸਰਕਾਰ ਨੂੰ ਸ਼ਰੇਆਮ ਉਹ ਹਰ ਇੱਕ ਗਲਤ ਜਗ੍ਹਾ ਦੇ ਉੱਤੇ ਵੀ ਸਹੀ ਠਹਿਰਾਉਂਦਾ, ਔਰ ਉਹ ਸਾਰਾ ਦਿਨ ਜਿਹੜਾ ਕਾਫੀ ਉੱਚੀ ਆਵਾਜ਼ ਦੇ ਵਿੱਚ ਚੀਕ ਚੀਕ ਕੇ ਉਹ ਕਹਿੰਦੇ ਕਿ ਰਾਮ ਰਾਜ ਆ ਗਿਆ, ਪਰ ਰਾਮ ਰਾਜ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਆ ਸਾਨੂੰ ਵੀ ਪਤਾ। ਕਿਸਾਨ ਭੁੱਖਾ ਮਰ ਰਿਹਾ, ਮਜ਼ਦੂਰ ਭੁੱਖਾ ਮਰ ਰਿਹਾ, ਬੱਚਿਆਂ ਦੇ ਬਲਾਤਕਾਰ ਹੋ ਰਹੇ ਨੇ, ਸੜਕਾਂ ਟੁੱਟੀਆਂ ਪਈਆਂ, ਟੋਇਆਂ 'ਚ ਡਿੱਗਦੇ ਲੋਕ ਮਰ ਰਹੇ ਨੇ, ਤਾਂ ਆਖਿਰ ਕਿਸ ਤਰ੍ਹਾਂ ਜਿਹੜਾ ਭਾਰਤ ਡਿਜੀਟਲ ਹੋ ਗਿਆ। ਬਹੁਤ ਸ਼ੁਕਰੀਆ, ਜੁੜੇ ਰਹੋ KTV UK ਦੇ ਨਾਲ। ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ ਨਾਲ ਜਸਵੀਰ ਸਿੰਘ, KTV ਦਿੱਲੀ।